प्रेज़ द लॉर्ड। जय मसीह दी सारिਆਂ ਨੂੰ। मैं खुदावंद यीशु मसीह ਦੀ ਸ਼ੁਕਰਗੁਜ਼ਾਰੀ ਕਰ रहा ਵਾਂ ਅੱਜ ਦੇ ਇਸ ਟਾਈਮ ਵਾਸਤੇ। ਮੇਰਾ ਨਾਮ ਪਾਸਟਰ ਆਇਜ਼ਕ ਯੂਸਫ ਮਾਮੂ ਗੁਜਰ ਚਰਚ ਸ਼ੇਖੂਪੁਰਾ ਦੇ ਵਿੱਚ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਪਾਸਟਰ ਸੀਸਲ ਜੌਨ ਬਰਕਰ ਸਾਹਿਬ ਦਾ, ਉਹਨਾਂ ਦੀ ਟੀਮ ਦਾ, ਅਤੇ ਫੇਸ ਟੈਲੀਵਿਜ਼ਨ ਦਾ, ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਕਿ ਮੈਂ ਆ ਕੇ ਇਸ ਪਲੇਟਫਾਰਮ ਤੋਂ ਖੁਦਾਵੰਦ ਯਿਸੂ ਮਸੀਹ ਦਾ ਜ਼ਿੰਦਗੀ ਬਖਸ਼ ਕਲਾਮ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਰੂਲ ਕੁਦਸ ਕਿਉਂ ਜ਼ਰੂਰੀ ਹੈ ਇਸ ਟਾਈਮ ਦੇ ਵਿੱਚ, ਕਿਉਂਕਿ ਅਸੀਂ ਐਂਡ ਟਾਈਮ ਦੇ ਵਿੱਚ ਆ, ਅਤੇ ਕਿਸ ਵਜ੍ਹਾ ਤੋਂ ਰੂਲ ਕੁਦਸ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ, ਕਿਉਂਕਿ ਸਾਡੀ ਜ਼ਿੰਦਗੀ ਜਿੰਨੀ ਵੀ ਹੈ ਉਹ ਯਿਸੂ ਮਸੀਹ ਦੇ ਗਿਰਦ ਘੁੰਮ ਰਹੀ ਹੈ ਨਾ। ਅਸੀਂ ਯਿਸੂ ਮਸੀਹ ਦੇ ਪੈਰੋਕਾਰ ਹਾਂ, ਅਤੇ ਪਰ ਆਮ ਰੂਟੀਨ ਦੇ ਵਿੱਚ ਵੀ ਇੱਕ ਚੀਜ਼ ਦੇਖੀਏ ਤਾਂ ਲੋਕ ਜਿੰਨੇ ਵੀ ਜ਼ਿੰਦਗੀ ਗੁਜ਼ਾਰ ਰਹੇ ਨੇ, ਉਹਨਾਂ ਨੇ ਹਮੇਸ਼ਾ ਇੱਕ ਚੀਜ਼ ਨੂੰ ਦੇਖਿਆ ਹੈ ਕਿ ਜਦੋਂ ਵੀ ਕੋਈ ਬੰਦਾ ਅਲੱਗ ਹੁੰਦਾ ਹੈ ਕਿਸੇ ਤੋਂ, ਸਾਡਾ ਟਾਈਮ ਉਹਦੇ ਨਾਲ ਗੁਜ਼ਰਿਆ ਹੋਵੇ, ਅਤੇ ਜਦੋਂ ਅਲੱਗ ਹੋਣ ਦਾ ਟਾਈਮ ਆਉਂਦਾ, ਉਸ ਅਲੱਗ ਹੋਣ ਦੇ ਟਾਈਮ ਦੇ ਵਿੱਚ ਜਿਹੜੀ ਉਹ ਗੱਲ ਕਰਦਾ ਬੜੀ ਖਾਸ ਗੱਲ ਕਰਦਾ ਹੈ, ਅਤੇ ਉਹ ਜਾਂਦਾ ਜਦ, ਕਿਉਂਕਿ ਇੱਕ ਸਪੈਸ਼ਲ ਟਾਈਮ ਹੁੰਦਾ ਤਾਂ ਸਪੈਸ਼ਲ ਗੱਲ ਹੀ ਉਹ ਕਰਕੇ ਜਾਂਦਾ ਹੈ। ਅਤੇ ਅਗਰ ਅਸੀਂ ਯਿਸੂ ਮਸੀਹ ਦੀ ਉਹ ਲਾਸਟ ਗੱਲ ਨੂੰ ਦੇਖੀਏ ਤਾਂ ਉਹ ਕੀ ਹੈ, ਆਪਾਂ ਨੂੰ ਬਾਈਬਲ 'ਚ ਦੇਖਾਂਗੇ, ਅਮਾਲ ਪਹਿਲਾ ਬਾਬ ਉਹਦੀ 8 ਆਇਤ। लेकिन जब रूहुल कुदस तुम पर नाज़िल होगा तो तुम कुव्वत पाओगे और यरूशलेम और तमाम यहूदिया और सामरिया में बल्कि ज़मीन की इंतहा तक मेरे गवाह होगे। प्रेज़ द लॉर्ड। ਤੇ ਅਸੀਂ ਯਿਸੂ ਮਸੀਹ ਦੇ ਇਹਨਾਂ ਆਖਰੀ ਲਫ਼ਜ਼ਾਂ ਨੂੰ, ਇਸ ਆਖਰੀ ਜੁਮਲੇ ਨੂੰ ਦੇਖੀਏ ਤੇ ਯਿਸੂ ਮਸੀਹ ਨੇ ਗੱਲ ਕੀਤੀ ਕਿ ਜਦੋਂ ਰੂਹੁਲ ਕੁਦਸ ਤੁਹਾਡੇ ਤੇ ਆਏਗਾ, ਤੇ ਰੂਹੁਲ ਕੁਦਸ ਦੇ ਬਾਰੇ ਸਾਨੂੰ ਪਤਾ ਹੈ ਕਿ ਬਪਤਿਸਮਾ ਜਿਹੜਾ ਲਏਗਾ ਉਹਨੂੰ ਇਨਾਮ ਦੇ ਵਿੱਚ ਰੂਹ ਦਿੱਤਾ ਜਾਏਗਾ, ਰੂਹ ਇਨਾਮ ਦੇ ਵਿੱਚ। ਤੇ ਇਨਾਮ ਦੀ ਅਗਰ ਅਸੀਂ ਗੱਲ ਕਰੀਏ ਤੇ ਇਨਾਮ ਕਿਸੇ ਖਾਸ ਗੱਲ ਦੀ ਵਜ੍ਹਾ ਤੋਂ ਮਿਲਦਾ ਹੈ, ਕਿਸੇ ਖਾਸ ਕੰਮ ਤੋਂ ਸਾਨੂੰ ਇਨਾਮ ਮਿਲਦਾ ਹੈ। ਅਤੇ ਅਗਰ ਅਸੀਂ ਰੂਹ ਨੂੰ ਇਨਾਮ ਦੇ ਤੌਰ 'ਤੇ ਦੇਖਦੇ ਹਾਂ ਨਾ ਆਪਣੀ ਜ਼ਿੰਦਗੀ ਦੇ ਵਿੱਚ, ਫਿਰ ਕ੍ਰਾਈਟੇਰੀਆ ਹੈ ਉਹਦਾ, ਅਸੀਂ ਬਪਤਿਸਮਾ ਲੈਣਾ ਹੈ, ਉਸ ਤੋਂ ਬਾਅਦ ਅਸੀਂ ਸਰਟਨ ਕਿਸਮ ਦੀ, ਮਤਲਬ ਕਿ ਖਾਸ ਕਿਸਮ ਦੀ ਅਸੀਂ ਪ੍ਰੈਕਟਿਸ ਕਰਨੀ ਹੁੰਦੀ ਹੈ, ਅਸੀਂ ਵਫਾਦਾਰੀ 'ਚ ਚੱਲਣਾ ਹੁੰਦਾ ਹੈ, ਅਸੀਂ ਰਾਸਤਬਾਜ਼ੀ 'ਚ ਚੱਲਣਾ ਹੁੰਦਾ। ਅਤੇ ਜਦੋਂ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਚੱਲ ਰਹੇ ਹੁੰਦੇ ਹਾਂ, ਉਸ ਚੱਲਣ ਦੇ ਉੱਤੇ ਸਾਨੂੰ ਉਹ ਰੂਹ ਇਨਾਮ ਦੇ ਵਿੱਚ ਮਿਲਦਾ ਹੈ। ਅਤੇ ਰੂਹ ਦਾ ਇਨਾਮ ਦੇ ਤੌਰ 'ਤੇ ਸਾਡੀ ਜ਼ਿੰਦਗੀ ਦੇ ਵਿੱਚ ਆਉਣਾ, ਅਗਰ ਅਸੀਂ ਆਪਣੀ ਜ਼ਿੰਦਗੀ 'ਚ ਗੌਰ ਕਰੀਏ ਅਤੇ ਅਸੀਂ ਕਿਸ ਲੈਵਲ 'ਤੇ ਖੜ੍ਹੇ ਹਾਂ, ਰੂਹ ਦੇ ਕਿਸ ਲੈਵਲ 'ਤੇ ਖੜ੍ਹੇ ਹਾਂ, ਇਹ ਸਾਨੂੰ ਦੇਖਣਾ ਚਾਹੀਦਾ। ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਅਸੀਂ ਰੂਹ ਦੇ ਕਿਹੜੇ ਲੈਵਲ 'ਤੇ ਹਾਂ। ਕਿਉਂਕਿ ਅਸੀਂ ਯਿਸੂ ਮਸੀਹ ਦੀ ਲਾਈਫ ਦੇਖੀ ਕਿ ਉਹ ਆਏ, ਉਹਨਾਂ ਨੇ ਆਪਣਾ ਟਾਈਮ ਗੁਜ਼ਾਰਿਆ ਬਾਈਬਲ ਦੇ ਅਕੋਰਡਿੰਗ। ਬਪਤਿਸਮਾ ਲੈਣ ਤੋਂ ਪਹਿਲੇ ਯਿਸੂ ਮਸੀਹ ਦਾ ਜਿੰਨਾ ਟਾਈਮ ਸੀ, ਉਹ ਟਾਈਮ ਗੁਜ਼ਾਰਨ ਤੋਂ ਬਾਅਦ ਬਪਤਿਸਮਾ ਲਿਆ। ਬਪਤਿਸਮਾ ਲੈਣ ਤੋਂ ਬਾਅਦ ਉਹਨਾਂ ਦੀ ਅਜ਼ਮਾਇਸ਼ ਜਿਹੜੀ ਹੋਈ, ਅਜ਼ਮਾਇਸ਼ ਤੋਂ ਬਾਅਦ ਅਸੀਂ ਸਪਿਰਿਟ ਦੇ ਵਿੱਚ ਉਹਨਾਂ ਨੂੰ ਸਟਰੋਂਗ ਤੋਂ ਸਟਰੋਂਗ ਵੇਖਿਆ ਨਾ, ਕਿਉਂਕਿ ਇਸ ਤਰ੍ਹਾਂ ਰੂਹ ਦੇ ਵਿੱਚ ਸਟਰੋਂਗ ਹੁੰਦੇ ਗਏ ਨੇ। ਅਗਰ ਅਸੀਂ ਸ਼ਾਗਿਰਦਾਂ ਦੀ ਜ਼ਿੰਦਗੀ ਦੇਖੀਏ ਤਾਂ ਸ਼ਾਗਿਰਦਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬੜੀ ਖਾਸ ਚੀਜ਼ ਸੀ। ਉਹ ਕੀ ਸੀ ਕਿ ਅਗਰ ਅਸੀਂ ਪਤਰਸ ਨੂੰ ਦੇਖੀਏ ਜਾਂ ਸ਼ਾਗਿਰਦਾਂ ਨੂੰ ਵੇਖੀਏ, ਤੇ ਇਹ ਉਹ ਲੋਕ ਸਨ ਜਿਹੜੇ ਆਏ, ਜਿਹੜੇ ਮਸੀਹ ਦੇ ਨਾਲ ਜੁੜੇ, ਮਸੀਹ ਦੀ ਪੈਰਵੀ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਨੇ ਇਹ ਹੁਣ ਜਿਸ ਤਰ੍ਹਾਂ ਚੱਲ ਰਹੇ ਸਨ, ਉਹਨਾਂ ਦੇ ਚੱਲਣ ਦੇ ਉੱਤੇ ਸਾਨੂੰ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਉਹਨਾਂ ਦਾ ਚੱਲਣਾ ਉਹ ਇਸ ਤਰ੍ਹਾਂ ਦਾ ਸੀ ਕਿ ਉਹ ਚੱਲ ਰਹੇ ਸਨ, ਉਹ ਡਿੱਗ ਰਹੇ ਸਨ, ਉਹ ਉੱਠ ਰਹੇ ਸਨ, ਉਹ ਚੱਲ ਰਹੇ ਸਨ, ਉਹ ਇਸ ਤਰ੍ਹਾਂ ਦਾ ਮਾਮਲਾ ਸੀ। ਲਾਈਕ ਅਸੀਂ ਉਹਨਾਂ ਦੀ ਜ਼ਿੰਦਗੀ ਦੇਖਦੇ ਹਾਂ ਕਿ ਉਹ ਯਿਸੂ ਮਸੀਹ ਦੇ ਕੋਲੋਂ ਅਕਸਰ ਗੱਲਾਂ 'ਤੇ ਝਿੜਕਾਂ ਖਾਂਦੇ ਸਨ, ਯਿਸੂ ਮਸੀਹ ਡਾਂਟਦੇ ਸਨ ਉਹਨਾਂ ਨੂੰ। ਉਹ ਕਿਸ ਤਰ੍ਹਾਂ ਅਸੀਂ ਉਸ ਟਾਈਮ 'ਚ ਵੇਖਿਆ, ਜਦੋਂ ਪਤਰਸ ਨੇ ਬੜੀ ਹਿੰਮਤ ਕਰਕੇ ਉਹਨੇ ਕਿਹਾ ਕਿ ਜਿਸ ਤਰ੍ਹਾਂ ਯਿਸੂ ਮਸੀਹ ਪਾਣੀ 'ਤੇ ਚੱਲ ਰਹੇ ਸੀ, ਉਹਨੇ ਕਿਹਾ ਮੈਂ ਵੀ ਪਾਣੀ 'ਤੇ ਚੱਲਾਂ। ਯਿਸੂ ਮਸੀਹ ਨੇ ਅਲਾਓ ਕੀਤਾ ਕਿ ਤੂੰ ਪਾਣੀ 'ਤੇ ਚੱਲ। ਜਿਸ ਤਰ੍ਹਾਂ ਉਹ ਪਾਣੀ 'ਤੇ ਚੱਲਿਆ ਅਤੇ ਉਹ ਡਿੱਗ ਗਿਆ, ਸੰਭਲਿਆ ਨਾ ਗਿਆ ਅਤੇ ਡਿੱਗ ਗਿਆ, ਅਤੇ ਯਿਸੂ ਮਸੀਹ ਨੇ ਡਾਂਟਿਆ ਉੱਥੇ। ਉਸ ਤੋਂ ਬਾਅਦ ਅਸੀਂ ਇੱਕ ਸਪਿਰਿਟ ਦਾ ਮਾਮਲਾ ਦੇਖਦੇ ਹਾਂ, ਅਤੇ ਉਸ ਸਪਿਰਿਟ ਦੇ ਮਾਮਲੇ 'ਤੇ ਵੀ ਇਸ ਤਰ੍ਹਾਂ ਦਾ ਨਿਜ਼ਾਮ ਸੀ ਕਿ ਯਿਸੂ ਮਸੀਹ ਨੇ ਫਿਰ ਡਾਂਟਿਆ ਉਹਨੂੰ। ਕਦੋਂ? ਜਦੋਂ ਉਹਨਾਂ ਨੇ ਇੱਕ ਬੁਰੀ ਰੂਹ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਅਤੇ ਯਿਸੂ ਮਸੀਹ ਨੇ ਡਾਂਟਿਆ, ਉਹ ਨਹੀਂ ਨਿਕਲੀ ਇਹਨਾਂ ਤੋਂ, ਉੱਥੇ ਡਾਂਟ ਪਈ ਇਹਨਾਂ ਨੂੰ। ਠੀਕ ਹੈ, ਮਤਲਬ ਕਿ ਇਹ ਉਹ ਟਾਈਮ ਸੀ। ਯਿਸੂ ਮਸੀਹ ਨੇ ਗੱਲ ਕੀਤੀ ਕਿ ਬਨੇ ਆਦਮ ਹਵਾਲਾ ਕੀਤਾ ਜਾਏਗਾ, ਮਾਰਿਆ ਜਾਏਗਾ। ਪਤਰਸ ਨੇ ਗੱਲ ਕੀਤੀ ਕਿ ਇੰਝ ਨਾ ਹੋਏ। ਯਿਸੂ ਮਸੀਹ ਨੇ ਫਿਰ ਡਾਂਟਿਆ। ਇਹ ਉਹ ਪਤਰਸ ਜਿਹੜਾ ਜਗ੍ਹਾ ਜਗ੍ਹਾ 'ਤੇ ਯਿਸੂ ਮਸੀਹ ਦੇ ਕੋਲੋਂ ਡਾਂਟ ਖਾ ਰਿਹਾ ਹੈ, ਅਤੇ ਇਨਕਾਰ ਦੀ ਵਾਰੀ ਆਈ ਅਤੇ ਇਨਕਾਰ ਵੀ ਕੀਤਾ। ਉਹ ਸ਼ਾਗਿਰਦ ਜਿਹੜੇ ਇੱਕ ਟਾਈਮ ਦੇ ਵਿੱਚ ਯਿਸੂ ਮਸੀਹ ਨੂੰ ਛੱਡ ਕੇ ਭੱਜ ਗਏ, ਚਲੇ ਗਏ। ਪਰ ਜਦੋਂ ਯਿਸੂ ਮਸੀਹ ਦੀ ਹਕੀਕਤ ਨੂੰ ਸਮਝ ਲਿਆ, ਜਦੋਂ ਯਿਸੂ ਮਸੀਹ ਨੂੰ ਜਾਣ ਲਿਆ, ਉਹਨਾਂ ਚੀਜ਼ਾਂ ਨੂੰ ਸਮਝਿਆ, ਅਤੇ ਫਿਰ ਅਸੀਂ ਸਪਿਰਿਟ ਦਾ ਇੱਕ ਅਲੱਗ ਲੈਵਲ ਵੇਖਿਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ। ਫਿਰ ਈਮਾਨ ਦੇ ਉਸ ਲੈਵਲ 'ਤੇ ਚਲੇ ਗਏ, ਉਸ ਰੂਹ ਦੀ ਬਦੌਲਤ, ਜਿਹੜੇ ਰੂਹ ਤੋਂ ਬਗੈਰ ਅੱਜ ਅਸੀਂ ਕੁਛ ਵੀ ਨਹੀਂ ਹਾਂ। ਅਗਰ ਅਸੀਂ ਗੱਲ ਕਰੀਏ ਕਿ ਅੱਜ ਦੇ ਟਾਈਮ 'ਚ ਬਗੈਰ ਰੂਹ ਤੋਂ ਅਸੀਂ ਚੱਲ ਸਕਦੇ ਹਾਂ, ਅਸੀਂ ਆਪਣੀ ਦੁਨਿਆਵੀ ਜ਼ਿੰਦਗੀ ਜਿਸ ਤਰ੍ਹਾਂ ਅਸੀਂ ਗੁਜ਼ਾਰ ਰਹੇ ਹਾਂ, ਅਸੀਂ ਕੋਈ ਵੀ ਸੈਕਰੀਫਾਈਸ ਨਾ ਕਰਨਾ ਚਾਹੀਏ, ਅਸੀਂ ਚਾਹੀਏ ਮਤਲਬ ਕੋਈ ਕੁਰਬਾਨੀ ਵੀ ਸਾਨੂੰ ਨਾ ਦੇਣੀ ਪਵੇ, ਅਤੇ ਅਸੀਂ ਚੱਲਦੇ ਜਾਈਏ ਮਸੀਹ ਦੇ ਵਿੱਚ, ਇੰਝ ਨਹੀਂ ਹੋ ਸਕਦਾ। ਮੇਰੇ ਅਜ਼ੀਜ਼ੋ, ਸਾਨੂੰ ਚਾਹੀਦਾ ਕੀ ਹੈ? ਸਾਨੂੰ ਦੇਖਣਾ ਚਾਹੀਦਾ ਕਿ ਅਸੀਂ
ਅਗਰ ਆਏ ਆ, ਅਸੀਂ ਬਪਤਿਸਮਾ ਲਿਆ ਏ, ਤੇ ਬਪਤਿਸਮਾ ਲੈਣ ਤੋਂ ਬਾਅਦ ਜਿਹੜਾ ਟਾਈਮ ਪੀਰੀਅਡ ਅਸੀਂ ਗੁਜ਼ਾਰਿਆ ਏ, ਜਿਹੜਾ ਵਕਤ ਅਸੀਂ ਗੁਜ਼ਾਰ ਲਿਆ ਏ, ਉਸ ਵਕਤ ਨੂੰ ਗੁਜ਼ਾਰਨ ਦੇ ਉੱਤੇ ਅਸੀਂ ਸਪਿਰਿਟ ਦੇ ਕਿਸ ਲੈਵਲ ਤੇ ਪਹੁੰਚੇ ਹਾਂ। ਅਸੀਂ ਪਤਰਸ ਦੀ ਜ਼ਿੰਦਗੀ ਦੇਖੀਏ ਤੇ ਉਹ ਟਾਈਮ ਇਹ ਝਿੜਕਾਂ ਖਾ ਰਹੇ ਨੇ, ਇਹ ਯਿਸੂ ਮਸੀਹ ਦੇ ਕੋਲੋਂ ਡਾਂਟ ਖਾ ਰਹੇ ਨੇ, ਪਰ ਇੱਕ ਟਾਈਮ ਆਇਆ ਯਿਸੂ ਮਸੀਹ ਦੇ ਜਾਣ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਆਇਆ ਕਿ ਇਹਨਾਂ ਨੇ ਕੀਤਾ ਕੀ, ਇਹਨਾਂ ਨੇ ਆ ਕੇ ਆਪਣੇ ਆਪ ਨੂੰ ਸਟਰੋਂਗ ਕੀਤਾ, ਇਹਨਾਂ ਨੇ ਇਸ ਹਕੀਕਤ ਨੂੰ ਜਾਣ ਲਿਆ, ਜਾਣ ਕੇ ਮਸੀਹ ਦੀ ਹਜ਼ੂਰੀ 'ਚ, ਯਿਸੂ ਮਸੀਹ ਦੀ ਹਜ਼ੂਰੀ 'ਚ ਰਹਿਣਾ ਸ਼ੁਰੂ ਕੀਤਾ। ਉਹ ਕਿਸ ਤਰ੍ਹਾਂ, ਉਹ ਪ੍ਰੇਅਰ 'ਚ ਰਹਿਣਾ ਸ਼ੁਰੂ ਕੀਤਾ, ਫਾਸਟਿੰਗ 'ਚ ਰਹਿਣਾ ਸ਼ੁਰੂ ਕੀਤਾ, ਇਹਨਾਂ ਚੀਜ਼ਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਿਆ। ਯਿਸੂ ਮਸੀਹ ਨੇ ਫਿਰ ਅਲੱਗ ਤਰ੍ਹਾਂ ਦੇ ਕੰਮ ਇਹਨਾਂ ਦੀ ਜ਼ਿੰਦਗੀਆਂ ਤੋਂ ਕਰਵਾਏ। ਅਗਰ ਅਸੀਂ ਇਸੇ ਤਰ੍ਹਾਂ ਅਸੀਂ ਪਲੂਸ ਦੀ ਜ਼ਿੰਦਗੀ ਦੇਖੀਏ, ਪਲੂਸ ਦੀ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਤੇ ਉਹ ਕੀ ਮਾਮਲਾ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ, ਇੱਕ ਟਾਈਮ ਦੇ ਵਿੱਚ ਉਹ ਆਏ ਦਮਸ਼ਕ ਦੀ ਰਾਹ ਤੇ, ਯਿਸੂ ਮਸੀਹ ਦੇ ਨਾਲ ਇਨਕਾਊਂਟਰ ਹੁੰਦਾ ਉਹਨਾਂ ਦਾ। ਯਿਸੂ ਮਸੀਹ ਦੇ ਮਿਲਣ ਤੋਂ ਬਾਅਦ ਉਹਦਾ ਅੰਨਾ ਹੋਣਾ, ਫਿਰ ਉਸ ਤੋਂ ਬਾਅਦ ਹਨਨੀਆਂ ਦਾ ਆ ਕੇ ਉਹਦੀਆਂ ਅੱਖਾਂ ਨੂੰ ਠੀਕ ਕਰਨਾ, ਮਤਲਬ ਕਿ ਉਹਨੂੰ ਕਿਸੇ ਦੀ ਜ਼ਰੂਰਤ ਪੈ ਰਹੀ ਹੈ ਕਿ ਉਹਨੂੰ ਲੈ ਕੇ ਚੱਲੇ, ਉਹ ਲੈ ਕੇ ਚੱਲੇਗਾ। ਤੇ ਉਹ ਜਿਸ ਤਰ੍ਹਾਂ ਟਾਈਮ ਗੁਜ਼ਰਿਆ, ਫਿਰ ਇੱਕ ਉਹ ਟਾਈਮ ਜਿਸ ਟਾਈਮ ਇਹ ਮਾਰ ਖੁਦ ਖਾ ਰਿਹਾ, ਚੱਲਦਾ ਜਾ ਰਿਹਾ ਮਸੀਹ ਦੀ ਵਫਾਦਾਰੀ ਦੇ ਵਿੱਚ, ਇਸ ਗੱਲ ਨੂੰ ਹਕੀਕਤ ਸਮਝ ਕੇ ਕਿ ਯਿਸੂ ਮਸੀਹ ਹੀ ਸਾਰਾ ਕੁਛ ਹੈ ਤੇ ਅਸੀਂ ਪ੍ਰੀਚ ਕਰਨਾ ਹੈ, ਅਸੀਂ ਕਲਾਮ ਸੁਣਾਉਣਾ ਹੈ, ਅਸੀਂ ਮੁਨਾਦੀ ਕਰਨੀ ਹੈ। ਅੱਜ ਸਾਨੂੰ ਇਸ ਚੀਜ਼ ਨੂੰ ਦੇਖਣ ਦੀ ਬੜੀ ਜ਼ਰੂਰਤ ਹੈ ਕਿ ਅਸੀਂ ਇਹ ਚੈੱਕ ਕਰੀਏ ਕਿ ਮੈਂ ਜੇ ਆਇਆ ਵਾਂ, ਮੈਂ ਮਸੀਹ ਦੇ ਵਿੱਚ ਆਇਆ ਵਾਂ ਤੇ ਮੈਨੂੰ 5-7 ਸਾਲ ਹੋ ਗਏ ਨੇ ਮਸੀਹ ਦੇ ਨਾਲ ਜੁੜੇ, ਮੈਂ ਚੱਲ ਰਿਹਾ ਵਾਂ, ਮੈਂ ਆਇਆ, ਮੈਂ ਬਪਤਿਸਮਾ ਲਿਆ, ਮੈਂ ਕਿਹੜੇ ਲੈਵਲ ਤੇ ਆ, ਮੈਨੂੰ 5-7-8-10 ਸਾਲ ਹੋ ਗਏ ਨੇ ਖਿਦਮਤ ਦੇ ਵਿੱਚ, ਮੈਂ ਕੁਵਤ ਦੇ ਕਿਸ ਲੈਵਲ ਤੇ ਪਹੁੰਚਿਆ ਵਾਂ। ਆਇਆ ਕਿ ਉਹ ਕੁਵਤ ਤੇ ਉਹ ਕੁਦਰਤ ਮੇਰੀ ਜ਼ਿੰਦਗੀ 'ਚ ਕੰਮ ਕਰਦੀ ਹੈ ਜਿਹੜੀ ਬਾਈਬਲ ਨੇ ਦੱਸੀ ਹੈ। ਬਾਈਬਲ ਨੇ ਦੱਸਿਆ ਕਿ ਤੁਸੀਂ ਕੁਵਤ ਪਾਓਗੇ, ਤੁਸੀਂ ਦਲੇਰ ਹੋਵੋਗੇ, ਤੁਸੀਂ ਦੁਨੀਆ ਦੀ ਇੰਤਹਾ ਤੱਕ ਮੇਰੇ ਗਵਾਹ ਹੋਵੋਗੇ। ਤੇ ਅਗਰ ਮੈਂ ਇਸ ਗੱਲ ਨੂੰ ਸਮਝਾ ਕਿ ਮੈਂ ਜਦੋਂ ਆ ਕੇ ਚੱਲਣਾ ਸ਼ੁਰੂ ਕੀਤਾ ਹੈ, ਆਇਆ ਕਿ ਮੈਂ ਉਸ ਤਰ੍ਹਾਂ ਵਧਿਆ ਵਾਂ, ਮੈਂ ਉਸ ਤਰ੍ਹਾਂ ਮਸੀਹ ਨੂੰ ਜਾਣਿਆ ਏ, ਮੈਂ ਜਿਹੜਾ ਟਾਈਮ ਗੁਜ਼ਾਰ ਦਿੱਤਾ ਹੈ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਰਹਿ ਕੇ, ਜਿਹੜਾ ਮੈਂ ਟਾਈਮ ਗੁਜ਼ਾਰਿਆ, ਉਸ ਟਾਈਮ ਨੂੰ ਗੁਜ਼ਾਰਨ ਦੇ ਵਿੱਚ ਮੈਂ ਕਿਸ ਲੈਵਲ ਤੇ ਖੜਾ ਵਾਂ, ਮੈਂ ਸਪਿਰਿਟ ਦੇ ਕਿਸ ਲੈਵਲ ਤੇ ਆ। ਆਇਆ ਕਿ ਮੈਂ ਇਸ ਲੈਵਲ ਤੇ ਵਾਂ ਕਿ ਰੂਹ ਮੇਰੀ ਜ਼ਿੰਦਗੀ 'ਚ ਕੰਮ ਕਰੇ ਤੇ ਅਲੱਗ ਤਰ੍ਹਾਂ ਦਾ ਕੰਮ ਕਰੇ। ਅਗਰ ਮੈਂ ਨਹੀਂ ਆ ਤੇ ਅੱਜ ਮੈਨੂੰ ਸੋਚਣ ਦੀ, ਸਮਝਣ ਦੀ ਤੇ ਖਿਆਲ ਕਰਨ ਦੀ ਜ਼ਰੂਰਤ ਹੈ। ਇਸ ਗੱਲ ਨੂੰ ਲੈ ਕੇ ਮੈਨੂੰ ਖਿਆਲ ਕਰਨ ਦੀ ਜ਼ਰੂਰਤ ਹੈ ਕਿ ਮੈਂ ਕਿਸ ਲੈਵਲ ਤੇ ਆ। ਤੇ ਅਗਰ ਮੈਂ ਜਿਹੋ ਜਿਹਾ ਪਹਿਲੇ ਸੀ ਅੱਜ ਵੀ ਉਹੋ ਜਿਹਾ ਹੀ ਆ, ਤੇ ਇਹਦਾ ਮਤਲਬ ਮੈਂ ਖਸਾਰੇ 'ਚ ਵਾਂ। ਯਿਸੂ ਮਸੀਹ ਨੇ ਕਿਹਾ ਸੀ ਤੁਸੀਂ ਕੁਵਤ ਪਾਓਗੇ, ਤੁਸੀਂ ਕੁਵਤ ਪਾਓਗੇ, ਤੁਸੀਂ ਦੁਨੀਆ ਦੀ ਇੰਤਹਾ ਤੱਕ ਮੇਰੇ ਗਵਾਹ ਹੋਵੋਗੇ। ਪਤਰਸ ਲੋਕਾਂ ਦੀ, ਅਸੀਂ ਸ਼ਾਗਿਰਦਾਂ ਦੀ, ਅਸੀਂ ਰਸੂਲਾਂ ਦੀ ਜ਼ਿੰਦਗੀ ਵੇਖੀ ਤੇ ਅਲੱਗ ਤਰ੍ਹਾਂ ਦੇ ਕੰਮ ਸਨ ਉਹਨਾਂ ਦੀ ਜ਼ਿੰਦਗੀ 'ਚ, ਅਜੀਬ ਤੇ ਜਲਾਲੀ ਕੰਮ ਤੇ ਕੁਦਰਤ ਉਹਨਾਂ ਦੀ ਜ਼ਿੰਦਗੀ 'ਚ ਸੀ। ਤੇ ਅਗਰ ਮੈਨੂੰ ਅੱਜ 5-7 ਸਾਲ 10 ਸਾਲ ਹੋ ਗਏ ਨੇ ਖਿਦਮਤ ਦੇ ਵਿੱਚ, ਤੇ ਖਿਦਮਤ ਦੇ ਵਿੱਚ ਆ ਕੇ ਮੈਂ ਉਸ ਤਰ੍ਹਾਂ ਦੇ ਕੰਮ ਨਹੀਂ ਕੀਤੇ। ਕਿਉਂ? ਕਿਉਂਕਿ ਅਜੀਬ ਤੇ ਜਲਾਲੀ ਕੰਮਾਂ ਦਾ ਹੋਣਾ, ਕੁਵਤ ਤੇ ਕੁਦਰਤ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲਣਾ, ਇਹ ਬੜਾ ਜ਼ਰੂਰੀ ਹੈ। ਇਸ ਤੋਂ ਸਭ ਇਹ ਦੇਖਣ ਦੀ ਜ਼ਰੂਰਤ ਹੈ ਕਿ ਮੈਂ ਰੂਹ ਦੇ ਕਿਹੜੇ ਲੈਵਲ ਤੇ ਵਾਂ। ਸ਼ਾਗਿਰਦ ਆਏ, ਉਹਨਾਂ ਨੇ ਰੂਹ ਦੇ ਅਗਲੇ ਲੈਵਲ ਨੂੰ ਅਚੀਵ ਕੀਤਾ। ਉਹ ਰੂਹ ਦੇ ਨਾਲ ਪੜ੍ਹਦੇ ਸੀ, ਉਹਨਾਂ ਦਾ ਮਾਮੂਲ ਹੈਗਾ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਹਮੇਸ਼ਾ ਰੱਖਿਆ ਸੀ ਕਿ ਅਸੀਂ ਵਧਣਾ ਹੈ, ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਵਧਣਾ ਹੈ। ਦੇਖੋ ਦੁਨੀਆਦਾਰੀ ਦੇ ਨਿਜ਼ਾਮ ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਕਾਮਯਾਬੀ ਇਹ ਹੀ ਹੈ ਕਿ ਅਗਰ ਇੱਕ ਬੰਦੇ ਦਾ ਜਿਹੜਾ ਅੱਜ ਹੈ ਉਹ ਕਿਸ ਤੋਂ ਹੈ, ਕਿਉਂਕਿ ਉਹਦੇ ਫੈਸਲੇ ਸਨ ਜਿਹੜੇ ਉਹਨੇ ਪਿਛਲੇ ਟਾਈਮ ਦੇ ਵਿੱਚ ਕੀਤੇ ਨੇ। ਜੋ ਫੈਸਲੇ ਉਹਨੇ ਪਿਛਲੇ ਟਾਈਮ 'ਚ ਕੀਤੇ, ਉਹਨਾਂ ਫੈਸਲਿਆਂ ਦੇ ਰਿਜ਼ਲਟ ਦੇ ਉੱਤੇ ਅੱਜ ਉਹ ਇਸ ਲੈਵਲ 'ਤੇ ਵੇ। ਤੇ ਮੇਰੇ ਅਜ਼ੀਜ਼ੋ, ਅਗਰ ਅਸੀਂ ਅੱਜ ਇਸ ਗੱਲ ਨੂੰ ਸਮਝੀਏ ਕਿ ਮੈਂ ਰੂਹ ਦੇ ਕਿਸ ਲੈਵਲ 'ਤੇ ਵਾਂ, ਮੈਂ ਰੂਹ ਨੂੰ ਕਿਸ ਲੈਵਲ 'ਤੇ ਅਚੀਵ ਕੀਤਾ ਹੈ, ਤੇ ਜੇ ਮੈਂ ਅਚੀਵ ਕੀਤਾ ਹੈ ਤਾਂ ਉਹਦੇ ਸਾਈਨ ਕੀ ਨੇ ਕਿ ਉਹ ਮੇਰੀ ਜ਼ਿੰਦਗੀ ਦੇ ਵਿੱਚ, ਉਹ ਮੇਰੀ ਜ਼ਿੰਦਗੀ 'ਚ ਕੰਮ ਕਰ ਰਿਹਾ, ਮੈਨੂੰ ਕਿਸ ਤਰ੍ਹਾਂ ਪਤਾ ਚੱਲੇਗਾ। ਇਹ ਜ਼ਰੂਰਤ ਹੈ ਇਸ ਗੱਲ ਦੀ ਕਿ ਮੈਂ ਦੇਖਾਂ ਕਿ ਮੈਂ ਸਪਿਰਿਟ ਦੇ ਕਿਸ ਲੈਵਲ 'ਤੇ ਵਾਂ। ਜਦੋਂ ਮੈਂ ਰਾਸਬਾਜ਼ੀ ਤੇ ਬਾਦਸ਼ਾਹੀ ਤੇ ਚੱਲਾਂਗਾ, ਇਮਾਨਦਾਰੀ 'ਚ ਚੱਲਾਂਗਾ, ਪਕੀਜ਼ਗੀ 'ਚ ਚੱਲਾਂਗਾ, ਬੁਰੀਆਂ ਚੀਜ਼ਾਂ ਤੋਂ ਦੂਰ ਰਵਾਂਗਾ, ਫਾਸਟਿੰਗ 'ਚ ਰਵਾਂਗਾ, ਪ੍ਰੇਅਰ 'ਚ ਰਵਾਂਗਾ, ਇਹਨਾਂ ਚੀਜ਼ਾਂ 'ਚ ਰਵਾਂਗਾ, ਤੇ ਫਿਰ ਮੇਰੇ ਦਿਨ ਤੇ ਰਾਤ ਉਹ ਚੇਂਜ ਹੋਣਗੇ। ਮੈਂ ਅਲੱਗ ਤਰ੍ਹਾਂ ਦੇ ਨਾਲ ਜ਼ਿੰਦਗੀ ਗੁਜ਼ਾਰਾਂਗਾ, ਮੈਂ ਅਲੱਗ ਤਰ੍ਹਾਂ ਦੇ ਨਾਲ ਚੱਲਦਾ ਜਾਵਾਂਗਾ। ਉਹ ਚੱਲਣਾ ਮੇਰੀ ਜ਼ਿੰਦਗੀ ਨੂੰ ਬਦਲੇਗਾ, ਉਹ ਚੱਲਣਾ ਮੇਰੀ ਜ਼ਿੰਦਗੀ ਦੇ ਨਾਲ ਮੇਰੇ ਘਰਾਣੇ ਨੂੰ ਬਦਲੇਗਾ, ਤੇ ਮੇਰੇ ਘਰਾਣੇ ਦੇ ਨਾਲ ਫਿਰ ਦੂਸਰੇ ਲੋਕਾਂ ਤੱਕ ਜਦੋਂ ਪੈਗਾਮ ਜਾਏਗਾ, ਮੇਰੀ ਗਵਾਹੀ ਜਾਏਗੀ, ਫਿਰ ਲੋਕ ਬਦਲਣਗੇ। ਤੇ ਲੋਕਾਂ ਨੂੰ ਬਦਲਣਾ, ਕਲਾਮ 'ਚ ਲਿਖਿਆ ਕਿ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਬਖੇਰਦਾ ਏ। ਅਗਰ ਮੈਂ ਇਕੱਠਾ ਨਹੀਂ ਕਰ ਰਿਹਾ ਤੇ ਇਹਦਾ ਮਤਲਬ ਮੈਂ ਗਵਾ ਰਿਹਾ ਵਾਂ, ਮੈਂ ਬਖੇਰ ਰਿਹਾ ਵਾਂ। ਤੇ ਮੈਂ ਕੀ ਕੁਛ ਕੀਤਾ ਹੈ ਬਾਦਸ਼ਾਹੀ ਵਾਸਤੇ? ਬਾਦਸ਼ਾਹੀ ਵਾਸਤੇ ਫਰੂਟਫੁਲ ਹੋਣ ਵਾਸਤੇ ਮੈਨੂੰ ਰੂਹ ਦੇ ਨਾਲ ਪੜ੍ਹਨਾ ਪਏਗਾ। ਰੂਹ ਦਾ ਮੇਰੀ ਜ਼ਿੰਦਗੀ 'ਚ ਹੋਣਾ ਜ਼ਰੂਰੀ ਹੈ। ਅਗਰ ਰੂਹ ਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਨਾ ਚੱਲਿਆ ਤੇ ਮੈਂ ਬੜੀਆਂ ਚੀਜ਼ਾਂ ਮਿਸ ਕਰ ਜਾਵਾਂਗਾ। ਬਾਈਬਲ 'ਚ ਲਿਖਿਆ ਕਿ ਵੱਡੀ ਤੋਂ ਵੱਡੀ ਨੇਮਤਾਂ ਦੀ ਆਰਜ਼ੂ ਰੱਖੋ। ਮੈਂ ਰੂਹ ਦੇ ਵਿੱਚ ਕਿਹੜੀਆਂ ਨੇਮਤਾਂ ਦੀ ਆਰਜ਼ੂ ਰੱਖ ਕੇ ਚੱਲਿਆ ਵਾਂ, ਤੇ ਜਿਹੜੀਆਂ ਚੀਜ਼ਾਂ ਦੀ ਮੈਂ ਆਰਜ਼ੂ ਰੱਖੀ ਏ ਉਹ ਮੈਨੂੰ ਮਿਲੀਆਂ ਜਾਂ ਨਹੀਂ ਮਿਲੀਆਂ। ਅਗਰ ਨਹੀਂ ਮਿਲੀਆਂ ਤੇ ਜ਼ਰੂਰਤ ਇਸ ਗੱਲ ਦੀ ਹੈ ਕਿ ਮੈਂ ਆਪਣੇ ਆਪ ਨੂੰ ਚੈੱਕ ਕਰਾਂ।
ਮੈਂ ਦੁਨੀਆਦਾਰੀ ਨੂੰ ਚੈੱਕ ਸਿਰਫ ਨਾ ਕਰਾਂ, ਮੈਂ ਆਪਣੇ ਆਪ ਨੂੰ ਚੈੱਕ ਕਰਾਂ ਕਿ ਮੈਂ ਸਪਿਰਿਟ ਦੇ ਕਿਸ ਲੈਵਲ ਤੇ ਹਾਂ। ਆਇਆ ਕਿ ਬਾਪ ਦੀ ਮਰਜ਼ੀ ਮੇਰੀ ਜ਼ਿੰਦਗੀ 'ਚ ਪੂਰੀ ਹੋਈ, ਯਿਸੂ ਮਸੀਹ ਜੋ ਚਾਹੁੰਦਾ ਸੀ ਉਹ ਮੇਰੀ ਜ਼ਿੰਦਗੀ 'ਚ ਪੂਰਾ ਹੋਇਆ, ਜੋ ਉਹਦੀ ਮਰਜ਼ੀ ਹੈ ਉਹਨੂੰ ਮੈਂ ਪੂਰਾ ਕੀਤਾ ਜਾਂ ਨਹੀਂ ਕੀਤਾ, ਇਹ ਚੀਜ਼ਾਂ ਨੂੰ ਮੈਂ ਦੇਖਾਂ। ਇਹ ਜ਼ਰੂਰੀ ਹੈ ਕਿ ਮੈਂ ਚੈੱਕ ਕਰਾਂ ਕਿ ਮੈਂ ਕਿਸ ਤਰ੍ਹਾਂ ਚੱਲ ਰਿਹਾ ਵਾਂ। ਯਿਸੂ ਮਸੀਹ ਜਦੋਂ ਅਸਮਾਨ ਤੇ ਜਾਣ ਲੱਗਾ ਤੇ ਉਹ ਖਾਸ ਗੱਲ ਕਰਕੇ ਗਿਆ ਕਿ ਤੁਸੀਂ ਠਹਿਰੇ ਰਹਿਣਾ, ਰੂਹ ਆਏਗਾ, ਉਹ ਤੁਹਾਡੇ ਨਾਲ ਹੋਏਗਾ। ਜਦੋਂ ਉਹ ਆਏਗਾ ਤੁਸੀਂ ਕੂਵਤ ਪਾਓਗੇ, ਜਦੋਂ ਤੁਸੀਂ ਕੂਵਤ ਪਾਓਗੇ ਫਿਰ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਗੇ। ਤੇ ਮੇਰੇ ਅਜ਼ੀਜ਼ੋ, ਅੱਜ ਇਹ ਵੇਖਣ ਦੀ ਜ਼ਰੂਰਤ ਹੈ ਸਾਨੂੰ ਕਿ ਅਸੀਂ ਸਪਿਰਿਟ ਦੇ ਕਿਸ ਲੈਵਲ ਤੇ ਹਾਂ, ਅਸੀਂ ਉਸ ਰੂਹ ਨੂੰ ਅਚੀਵ ਕੀਤਾ ਵੀ ਹੈ ਜਾਂ ਨਹੀਂ ਕੀਤਾ, ਉਹ ਰੂਹ ਸਾਡੀ ਜ਼ਿੰਦਗੀ 'ਚ ਆਇਆ ਜਾਂ ਨਹੀਂ ਆਇਆ। ਹੁਣ ਪ੍ਰੋਬਲਮ ਐਵੇਂ ਕਿ ਅਸੀਂ ਰਾਸਤਬਾਜ਼ੀ ਤੇ ਬਾਦਸ਼ਾਹੀ ਨੂੰ ਛੱਡ ਕੇ ਅਸੀਂ ਦੁਨੀਆ ਦੀ ਹਰ ਇੱਕ ਚੀਜ਼ ਦੇ ਪਿੱਛੇ ਭੱਜਣਾ ਜਾ ਰਹੇ ਹਾਂ, ਜਿਸ ਵਜ੍ਹਾ ਤੋਂ ਅਸੀਂ ਬਾਦਸ਼ਾਹੀ ਵੀ ਗਵਾ ਦਿੱਤੀ ਤੇ ਉਹ ਚੀਜ਼ਾਂ ਤਾਂ ਵੈਸੇ ਹੀ ਸਾਡੀਆਂ ਨਹੀਂ ਹੈ। ਠੀਕ ਹੈ, ਤੇ ਇਸ ਤੋਂ ਮੇਰੇ ਅਜ਼ੀਜ਼ੋ, ਇਸ ਐਂਡ ਟਾਈਮ ਦੇ ਵਿੱਚ ਇਹ ਬੜਾ ਜ਼ਰੂਰੀ ਹੈ ਆਪਣੀ ਜ਼ਿੰਦਗੀਆਂ ਦੇ ਵਿੱਚ ਚੈੱਕ ਕਰਨਾ, ਦੇਖਣਾ ਤੇ ਇਸ ਗੱਲ ਨੂੰ ਸਮਝਣਾ ਕਿ ਬਾਪ ਦੀ ਮਰਜ਼ੀ ਕੀ ਹੈ। ਯਿਸੂ ਮਸੀਹ ਗਿਆ ਤੇ ਉਹ ਕਹਿ ਕੇ ਕੀ ਗਿਆ, ਉਹ ਕੀ ਕਹਿ ਕੇ ਗਿਆ ਤੇ ਉਹਨਾਂ ਹੁਕਮਾਂ ਤੇ ਉਹਨਾਂ ਗੱਲਾਂ ਤੇ ਅਮਲ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ। ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨਾ, ਰੂਹ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲਣਾ, ਉਹ ਸਾਡੀ ਜ਼ਰੂਰਤ ਹੈਗੀ ਹੈ ਇਸ ਟਾਈਮ ਦੇ ਵਿੱਚ। ਸਾਡਾ ਈਮਾਨ ਹੈ ਕਿ ਯਿਸੂ ਮਸੀਹ ਆਉਣ ਵਾਲਾ ਹੈ ਤੇ ਅਸੀਂ ਉਹ ਕਲੀਸਿਆ ਨਾ ਬਣੀਏ ਜਿਹੜੀ ਯਿਸੂ ਮਸੀਹ ਨੂੰ ਪਸੰਦ ਨਹੀਂ ਹੈ, ਬਲਕਿ ਉਹ ਬਣੀਏ ਜਿਹੜੀ ਉਹਦਾ ਇਸਤਕਬਾਲ ਕਰਨ ਵਾਸਤੇ ਤਿਆਰ ਹੈ, ਤਾਂ ਕਿ ਅਸੀਂ ਉਹਨੂੰ ਪਸੰਦ ਆਈਏ, ਉਹਦੇ ਨਾਲ ਉੱਚਾ ਕਰੀਏ। ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਤੁਹਾਡੇ ਸਾਰਿਆਂ ਦੇ ਨਾਲ ਹੋਏ। ਆਓ ਅਸੀਂ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ। ਖੁਦਾਵੰਦ ਅਸਮਾਨੀ ਬਾਪ ਯਿਸੂ ਮਸੀਹ ਨਾਸਰੀ ਦੇ ਕੁਦਰਤ ਵਾਲੇ ਨਾਮ 'ਚ ਹੈ ਬਾਪ, ਅਸੀਂ ਤੇਰੇ ਸ਼ੁਕਰ ਕਰਨੇ ਹਾਂ, ਤੇਰਾ ਸ਼ੁਕਰ ਕਰਨੇ ਹਾਂ ਬਾਪ ਅੱਜ ਦੇ ਇਸ ਟਾਈਮ ਵਾਸਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੇ ਬਾਪ ਮੈਂ ਤੇਰਾ ਸ਼ੁਕਰ ਕਰਨਾ ਪਾਸਟਰ ਸੀਸਲ ਜੋਨ ਬਰਕਤ ਸਾਹਿਬ ਵਾਸਤੇ, ਉਹਨਾਂ ਦੀ ਸਾਰੀ ਟੀਮ ਵਾਸਤੇ ਤੇ ਫੇਥ ਟੈਲੀਵਿਜ਼ਨ ਵਾਸਤੇ, ਜਿਹੜੇ ਬਾਪ ਤੇਰੇ ਲੋਕਾਂ ਨੂੰ ਮਦੂ ਕਰਦੇ ਨੇ ਤੇਰੀ ਹਜ਼ੂਰੀ ਦੇ ਵਿੱਚ, ਜਿਹੜੇ ਆ ਕੇ ਤਾਂ ਕਿ ਉਹ ਕਲਾਮ ਲੋਕਾਂ ਤੱਕ ਪਹੁੰਚਾ ਸਕਣ। ਯਿਸੂ ਮਸੀਹ ਦੇ ਨਾਮ 'ਚ ਹੈ ਬਾਪ, ਜਿਨੇ ਲੋਕਾਂ ਤੱਕ ਇਹ ਕਲਾਮ ਪਹੁੰਚਿਆ ਹੈ ਤੇਰੀ ਕੁਦਰਤ ਤੇ ਬਰਕਤ ਉਹਨਾਂ ਦੀ ਜ਼ਿੰਦਗੀ 'ਚ ਬਣੇ। ਤੇ ਬਾਪ ਇਸ ਕਲਾਮ ਦੇ ਵਸੀਲੇ ਜ਼ਿੰਦਗੀਆਂ ਬਦਲਣ ਯਿਸੂ ਮਸੀਹ ਦੇ ਨਾਮ 'ਚ। ਤੇ ਬਾਪ ਤੇਰੇ ਲੋਕ ਇਸ ਐਂਡ ਟਾਈਮ ਦੇ ਵਿੱਚ ਕਲਾਮ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਨ ਵਾਲੇ ਬਣਨ ਤੇ ਤੇਰਾ ਕੁਦਰਤ ਵਾਲਾ ਹੱਥ ਉਹਨਾਂ ਦੀ ਜ਼ਿੰਦਗੀਆਂ 'ਚ ਬਣਿਆ ਰਹੇ, ਤਾਂ ਕਿ ਬਾਪ ਜਦੋਂ ਯਿਸੂ ਮਸੀਹ ਨਾਸਰੀ ਦੁਬਾਰਾ ਆਏ ਤੇ ਅਸੀਂ ਸਾਰੇ ਤਿਆਰ ਰਹੀਏ ਯਿਸੂ ਮਸੀਹ ਦੇ ਨਾਮ 'ਚ ਤੇਰੇ ਇਸਤਕਬਾਲ ਵਾਸਤੇ। ਯਿਸੂ ਮਸੀਹ ਨਾਸਰੀ ਦੇ ਕੁਦਰਤ ਵਾਲੇ ਨਾਮ 'ਚ, ਆਮੀਨ।